ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। तमाम दोस्तों ਨੂੰ ਰੈਕਸ ਕਿਚਨ ਵਿੱਚ ਖੁਸ਼ ਆਮਦੀਦ। ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਦਾਲ ਦੇ ਭਰੇ ਕਰੇਲੇ ਬਣਾਉਣ ਦਾ ਤਰੀਕਾ। ਦਾਲ ਭਰੇ ਕਰੇਲੇ ਹਰ ਘਰ 'ਚ ਮੁxtਲਿਫ ਤਰੀਕੇ ਨਾਲ ਕਰੇਲੇ ਪਕਾਏ ਜਾਂਦੇ ਆ, ਲੇਕਿਨ ਮੈਂ ਜਿਹੜੀ ਰੈਸਪੀ ਤੁਹਾਡੇ ਨਾਲ ਅੱਜ ਸ਼ੇਅਰ ਕਰ ਰਿਹਾ ਬਹੁਤ ਹੀ ਅੱਛੀ ਰੈਸਪੀ ਹੈ। ਜਿਨ੍ਹਾਂ ਦੋਸਤਾਂ ਨੂੰ ਦਾਲ ਭਰੇ ਕਰੇਲੇ ਪਸੰਦ ਨਹੀਂ ਆਉਂਦੇ, ਇਹ ਬਿਲਖਸੂਸ ਉਹਨਾਂ ਵਾਸਤੇ ਆ कि इंशाल्लाह तुसी ये रेसिपी ट्राई करो, तुसी बनाओगे खाओगे तो इंशाल्लाह कहोगे कि वाकई यार असी भुले रहे। बस ज़रा मेरा पकाने का तरीका थोड़ा जा डिफरेंट है, लेकिन बहुत प्यारी रेसिपी बनती है, बहुत मज़ेदार और बहुत ही टेस्टी बनती है। तो आओ फिर मैं तुहानूं दसां कि इसनूं किस तरह बनाना है। सब तो पहले असी करेले लवांगे। करेले लैके उन्होंने तो हल्के हल्के छिलांगे पीलर दे नाल या चम्मच नाल या छुरी नाल। ख्याल रखना है कि करेले ज़्यादा लंबे लंबे नहीं लेने, बारीक बारीक नहीं लेने, थोड़े थोड़े मोटे साइज़ लंबाई थोड़ी हो, थोड़े जे मोटे हो, साइज़ छोटा हो। इन्हें करेलिਆਂ सारे इस तरह छिल लवो तो उस तो बाद तुसीं इहनूं छुरी नाल इस तरह दरम्यान दे विचों कट लगाना। कट लगा के सारे बीज इहदे कट देने। असीं करेलिਆਂ ਦੇ बीज विच इस्तेमाल नहीं करांगे और ना ही इहदे बाहरले छिलके इस्तेमाल करांगे। तमाम बीज करेलिਆਂ ਦੇ ਵਿੱਚੋਂ ਕੱਢ ਲੈਣੇ ਆ। ਤੇ ਉਸ ਤੋਂ ਬਾਅਦ ਕਰੇਲਿਆਂ ਨੂੰ ਅਸੀਂ ਇਸ ਤਰ੍ਹਾਂ ਨਮਕ ਲਗਾਉਣਾ ਹੈ, ਅੰਦਰਲੀ ਸਾਈਡ 'ਤੇ ਵੀ ਲਗਾਉਣਾ ਹੈ, ਬਾਹਰਲੀ ਸਾਈਡ 'ਤੇ ਵੀ ਲਗਾਉਣਾ ਹੈ। ਲਗਾ ਕੇ ਤੇ ਇਹਨੂੰ ਕੋਈ 20-25 ਮਿੰਟ ਵਾਸਤੇ, ਅੱਧੇ ਘੰਟੇ ਵਾਸਤੇ ਅਸੀਂ ਰੱਖ ਦੇਣਾ ਤਾਂ ਕਿ ਕਰੇਲਿਆਂ ਦੀ ਕੜਵਾਹਟ ਜਿਹੜੀ ਹੈ ਉਹ ਖ਼ਤਮ ਹੋ ਜਾਏ ਅਤੇ ਕਰੇਲੇ ਜਿਹੜੇ ਆ ਉਹ ਪਾਣੀ ਬਿਲਕੁਲ ਛੱਡ ਦੇਣਗੇ, ਜਿਹੜਾ ਉਹਨੂੰ ਫਿਰ ਅਸੀਂ ਨਿਚੋੜਾਂਗੇ। ਨਿਚੋੜ ਕੇ ਅਤੇ ਧੋ ਲਵਾਂਗੇ। ਹੁਣ ਕਰੇਲੇ ਸਾਡੇ ਜਿਹੜੇ ਆ ਅਸੀਂ ਨਮਕ ਲਾ ਕੇ ਰੱਖ ਦਿੱਤੇ ਅਤੇ ਉਨੀ ਦੇਰ ਤੱਕ ਅਸੀਂ ਦਾਲ ਬਣਾ ਲੈਂਦੇ ਹਾਂ ਜਿਹੜੀ ਅਸੀਂ ਕਰੇਲਿਆਂ 'ਚ ਭਰਨੀ ਹੈ। ਉਹਦੇ ਵਾਸਤੇ ਕੜਾਹੀ ਵਿੱਚ ਥੋੜ੍ਹਾ ਜਿਹਾ ਤੇਲ ਪਾ ਕੇ ਗਰਮ ਕਰ ਲਓ। ਪਿਆਜ਼ ਕੱਟ ਕੇ ਪਾ ਲਓ। ਪਿਆਜ਼ ਨੂੰ ਥੋੜ੍ਹਾ ਜਿਹਾ ਬਰਾਊਨ ਕਰ ਲਓ। ਤੇ ਨਾਲ 2 ਟਮਾਟਰ ਬਰੀਕ ਕੱਟ ਕੇ ਪਾ ਲਓ। ਅੱਧੀ ਚਮਚ ਹਲਦੀ ਦੀ ਪਾ ਲਓ। 1 ਚਮਚ ਮਿਰਚ ਪਾਊਡਰ, 1 ਚਮਚ ਨਮਕ, 1 ਚਮਚ ਜ਼ੀਰੇ ਦਾ ਤੇ 1 ਚਮਚ ਹੀ ਧਨੀਆ ਪਾਊਡਰ ਦਾ ਪਾ ਲਓ ਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਓ। दो हरिया मिर्चा बारीक कट के पा लो। तो मसाले ਨੂੰ फिर थोड़ा जिहा पानी पा के तो अच्छी तरह भुन लवो तो ढक्कन दे के 2-3 मिनट पका लो ताकि मसाला साड़ा अच्छी तरह तैयार हो जाए। ਹੁਣ ਸਾਡਾ ਮਸਾਲਾ ਤਿਆਰ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਦਾਲ ਪਾਵਾਂਗੇ। ਨੋਟ ਕਰੋ ਕਿ ਦਾਲ ਜਿਹੜੀ ਹੈ ਉਹਨੂੰ ਅਸੀਂ 4-5 ਘੰਟੇ ਪਹਿਲੇ ਭੇਜ ਦਿੱਤਾ ਸੀ ਪਾਣੀ 'ਚ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ 1 ਚਮਚ ਨਮਕ ਪਾ ਕੇ ਤੇ ਇਹਨੂੰ ਬੋਇਲ ਕਰ ਲਿਆ। ਇਹ ਦਾਲ ਹੁਣ ਬਿਲਕੁਲ ਗਲੀ ਹੋਈ ਹੈ। 3-4 ਮਿੰਟ ਦਾਲ ਨੂੰ ਅਸੀਂ ਇਸ ਤਰ੍ਹਾਂ ਹੀ ਮਸਾਲੇ ਦੇ ਵਿੱਚ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ
ਥੋੜ੍ਹਾ ਜਿਹਾ ਹਰਾ ਧਨੀਆ ਸ਼ਾਮਿਲ ਕਰਾਂਗੇ ਅਤੇ ਸਾਡੀ ਦਾਲ ਜਿਹੜੀ ਆ ਉਹ ਤਿਆਰ ਹੋ ਗਈ, ਜਿਹੜੀ ਅਸੀਂ ਕਰੇਲਿਆਂ ਦੇ ਵਿੱਚ ਫਿਲ ਕਰਨੀ ਹੈ। ਹੁਣ ਅਸੀਂ ਕਰੇਲੇ ਦੇਖਦੇ ਹਾਂ ਜਿਹੜੇ ਅਸੀਂ ਨਮਕ ਲਾ ਕੇ ਰੱਖੇ ਸੀ। ਇਹ ਦੇਖੋ ਇਹਨਾਂ ਨੇ ਕਾਫੀ ਪਾਣੀ ਛੱਡ ਦਿੱਤਾ ਹੈ। ਹੁਣ ਅਸੀਂ ਇਹਨੂੰ ਹੱਥ ਨਾਲ ਅੱਛੀ ਤਰ੍ਹਾਂ ਨਿਚੋੜਦੇ ਹਾਂ ਤਾਂ ਕਿ ਸਾਰਾ ਜਿਹੜਾ ਪਾਣੀ ਆ ਕਰੇਲਿਆਂ ਦੀ ਕੜਵਾਹਟ ਆ ਉਹ ਨਿਕਲ ਜਾਏ। ਉਸ ਤੋਂ ਬਾਅਦ ਅਸੀਂ ਪਾਣੀ 'ਚ ਪਾ ਕੇ ਇਹਨਾਂ ਨੂੰ ਅੱਛੀ ਤਰ੍ਹਾਂ ਧੋਵਾਂਗੇ। ਇੱਕ ਦਫਾ ਫਿਰ ਪਾਣੀ ਬਦਲ ਲਵੋ, 2 ਦਫਾ ਧੋ ਲਓ ਇਸ ਨੂੰ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਬਰਤਨ 'ਚ ਪਾ ਕੇ ਅਤੇ ਰੱਖ ਦੇਣਾ ਥੋੜ੍ਹੀ ਦੇਰ ਵਾਸਤੇ ਤਾਂ ਕਿ ਇਹਨਾਂ ਦਾ ਪਾਣੀ ਬਿਲਕੁਲ ਖੁਸ਼ਕ ਹੋ ਜਾਏ। ਹੁਣ ਅਸੀਂ ਜਿਸ ਤੇਲ ਵਿੱਚ ਕਰੇਲੇ ਫਰਾਈ ਕਰਨੇ ਆ ਉਸ ਤੇਲ ਨੂੰ ਤਿਆਰ ਕਰਦੇ ਹਾਂ। ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾ ਲਓ ਔਰ ਉਸ ਨੂੰ ਅੱਛੀ ਤਰ੍ਹਾਂ ਗਰਮ ਕਰੋ, ਬਿਲਕੁਲ ਸਾੜ ਲਵੋ ਉਸ ਨੂੰ ਤਾਂ ਕਿ ਸਰੋਂ ਦੇ ਤੇਲ ਦੀ ਸਮੈਲ ਜਿਹੜੀ ਆ ਉਹ ਖਤਮ ਹੋ ਜਾਏ। ਜਦੋਂ ਤੇਲ ਬਿਲਕੁਲ ਤੁਹਾਡਾ ਇੰਤਹਾਈ ਹੀਟ ਹੋ ਜਾਏ ਅਤੇ ਫਿਰ ਤੁਸੀਂ ਚੁੱਲ੍ਹਾ ਬੰਦ ਕਰਕੇ ਤੇਲ ਨੂੰ ਠੰਡਾ ਹੋਣ ਵਾਸਤੇ ਰੱਖ ਦੇਣਾ। ਅਤੇ ਹੁਣ ਜਦੋਂ ਤੱਕ ਸਾਡਾ ਤੇਲ ਠੰਡਾ ਹੁੰਦਾ ਅਤੇ ਉਸ ਵੇਲੇ ਤਾਈਂ ਅਸੀਂ ਕਰੇਲੇ ਜਿਹੜੇ ਆ ਉਹਨਾਂ ਨੂੰ ਭਰ ਲੈਂਦੇ ਹਾਂ। ਹੁਣ ਅਸੀਂ ਇਸ ਤਰ੍ਹਾਂ ਦਾਲ ਜਿਹੜੀ ਹੈ ਉਹ ਕਰੇਲਿਆਂ 'ਚ ਫਿਲ ਕਰਦੇ ਹਾਂ। ਚਮਚ ਨਾਲ ਤੁਸੀਂ ਐਸਾ ਐਸਾ ਦਾਲ ਪਾ ਕੇ, ਦਾਲ ਉਨੀ ਕੀ ਪਾਣੀ ਹੈ ਜਿੰਨੀ ਕਿ ਇਹਦੇ 'ਚ ਅੱਛੀ ਤਰ੍ਹਾਂ ਸਮਾ ਜਾਏ, ਓਵਰ ਨਾ ਹੋਵੇ ਕਿ ਬਾਹਰ ਨਿਕਲੇ। ਅਤੇ ਉਹਦੇ ਉੱਤੇ ਅੱਛੀ ਤਰ੍ਹਾਂ ਤੁਸੀਂ ਧਾਗਾ ਲਪੇਟ ਦੇਣਾ। ਸਫੈਦ ਧਾਗਾ ਲੈ ਕੇ ਇਸ ਤਰ੍ਹਾਂ ਅੱਛੀ ਤਰ੍ਹਾਂ ਟਾਈਟ ਕਰਕੇ ਲਪੇਟ ਦੇਣਾ ਤਾਂ ਕਿ ਕਰੇਲੇ ਫਰਾਈ ਦੇ ਦੌਰਾਨ ਖੁੱਲ੍ਹ ਨਾ ਜਾਣ। ਸਾਡੇ ਸਾਰੇ ਕਰੇਲੇ ਜਿਹੜੇ ਆ ਉਹ ਤਿਆਰ ਹੋ ਗਏ ਆ ਅਤੇ ਹੁਣ ਅਸੀਂ ਕਰੇਲੇ ਫਰਾਈ ਕਰਾਂਗੇ। ਉਸ ਠੰਡੇ ਤੇਲ ਨੂੰ ਅਸੀਂ ਦੁਬਾਰਾ ਚੁੱਲ੍ਹੇ 'ਤੇ ਰੱਖ ਕੇ ਗਰਮ ਕਰਾਂਗੇ। ਕਰੇਲੇ ਦਰਮਿਆਨੀ ਅੱਗ 'ਤੇ ਫਰਾਈ ਕਰਨੇ ਆ। ਕੋਈ 8-10 ਮਿੰਟ 'ਚ ਕਰੇਲੇ ਤੁਹਾਡੇ ਤਿਆਰ ਹੋ ਜਾਣਗੇ। ਜਦੋਂ ਗੋਲਡਨ ਬਰਾਊਨ ਹੋ ਜਾਣ ਤਾਂ ਤੁਹਾਡੇ ਕਰੇਲੇ ਜਿਹੜੇ ਆ ਉਹ ਫਰਾਈ ਹੋ ਗਏ। ਕਰੇਲੇ ਫਰਾਈ ਕਰਨ ਤੋਂ ਬਾਅਦ ਅਸੀਂ ਦੁਬਾਰਾ ਇੱਕ ਮਸਾਲਾ ਤਿਆਰ ਕਰਦੇ ਹਾਂ। ਜਿਹੜੀ ਕਰੇਲਿਆਂ ਦੇ ਫਿਲ ਕਰਨ ਤੋਂ ਬਾਅਦ ਸਾਡੇ ਕੋਲ ਦਾਲ ਬਚੀ ਸੀ, ਉਸ ਦਾਲ ਦਾ ਇੱਕ ਮਸਾਲਾ ਬਣਾ ਲੈਂਦੇ ਹਾਂ। ਕੜਾਹੀ ਵਿੱਚ ਥੋੜ੍ਹਾ ਜਿਹਾ ਤੇਲ ਪਾਓ, ਅੱਧਾ ਕੱਪ ਤੇਲ ਅਸੀਂ ਉਹੀ ਪਾਉਣਾ ਹੈ ਜਿਹੜਾ ਅਸੀਂ ਫਰਾਈ ਦੇ ਵਿੱਚ ਇਸਤੇਮਾਲ ਕੀਤਾ ਸੀ। ਉਹਦੇ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼ ਥੋੜ੍ਹਾ ਜਿਹਾ ਪਾ ਲਓ। ਥੋੜ੍ਹਾ ਜਿਹਾ ਟਮਾਟਰ ਪਾ ਲਓ। ਦੋ ਹਰੀਆਂ ਮਿਰਚਾਂ ਬਰੀਕ ਕੱਟ ਕੇ ਸ਼ਾਮਿਲ ਕਰੋ। ਅੱਧੀ ਚਮਚ ਹਲਦੀ ਦੀ, ਅੱਧੀ ਚਮਚ ਮਿਰਚ, 1 ਚਮਚ ਨਮਕ, 1 ਚਮਚ ਧਨੀਆ ਪਾਊਡਰ, ਅਤੇ 1 ਚਮਚ ਜ਼ੀਰਾ ਪਾਊਡਰ ਪਾ ਕੇ ਅੱਛੀ ਤਰ੍ਹਾਂ ਮਿਕਸ ਕਰ ਲਓ। ਪਹਿਲੇ ਦੀ ਤਰ੍ਹਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਤੁਸੀਂ ਮਸਾਲੇ ਨੂੰ ਅੱਛੀ ਤਰ੍ਹਾਂ ਭੁੰਨ ਲਓ। ਜਦੋਂ ਤੁਹਾਡਾ ਮਸਾਲਾ ਤਿਆਰ ਹੋ ਜਾਏ ਤਾਂ ਉਹਦੇ ਵਿੱਚ ਜਿਹੜੀ ਦਾਲ ਬਚੀ ਸੀ ਸਾਡੇ ਕੋਲ ਕਰੇਲੇ ਫਿਲ ਕਰਨ ਤੋਂ ਬਾਅਦ, ਉਹ ਦਾਲ ਸ਼ਾਮਿਲ ਕਰ ਦਿਆਂਗੇ।
ਦਾਲ ਚੂँਕਿ ਸਾਡੀ ਪਹਿਲਾਂ ਹੀ ਭੁੱਜੀ ਹੋਈ ਹੈ, ਇਸ ਵਾਸਤੇ 1-2 ਮਿੰਟ ਹੀ ਇਹਨੂੰ ਅਸੀਂ ਭੁੰਨ ਕੇ ਤੇ ਤਿਆਰ ਕਰ ਲਵਾਂਗੇ। ਸਾਡੀ ਦਾਲ ਦਾ ਮਸਾਲਾ ਤਿਆਰ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਜਿਹੜੇ ਕਰੇਲੇ ਫਰਾਈ ਕੀਤੇ ਸੀ ਉਹ ਰੱਖਾਂਗੇ। ਇਸ ਤਰ੍ਹਾਂ ਆਹਿਸਤਾ ਕਰਕੇ ਸਾਰੇ ਕਰੇਲੇ ਜਿਹੜੇ ਫਰਾਈ ਕੀਤੇ ਸੀਗੇ ਉਹ ਦਾਲ ਦੇ ਵਿੱਚ ਪਾ ਲਓ ਤੇ ਚਮਚ ਨਾਲ ਸਾਈਡਾਂ ਤੋਂ ਦਾਲ ਜਿਹੜੀ ਹੈ ਉਹ ਕਰੇਲਿਆਂ ਦੇ ਥੋੜ੍ਹੀ ਉੱਤੇ ਪਾ ਦਿਓ ਤਾਂ ਕਿ ਕਰੇਲੇ ਜਿਹੜੇ ਆ ਉਹ ਵਿੱਚ ਦਬ ਜਾਣ, ਕਿਉਂਕਿ ਅਸੀਂ ਹੁਣ ਕਰੇਲਿਆਂ ਨੂੰ ਦਮ ਲਗਾਉਣਾ ਹੈ। ਕਰੇਲੇ ਇਸ ਤਰ੍ਹਾਂ ਜਦੋਂ ਅੱਛੀ ਤਰ੍ਹਾਂ ਵਿੱਚ ਸੈੱਟ ਹੋ ਜਾਣ ਤੇ ਤੁਸੀਂ ਇਹਦੇ ਵਿੱਚ 100 ਗ੍ਰਾਮ ਦਹੀਂ ਸ਼ਾਮਿਲ ਕਰਨਾ ਹੈ ਤੇ ਜਾਂ ਅੱਧਾ ਕੱਪ ਜਿਹੜਾ ਦੁੱਧ ਦਾ ਪਾਉਣਾ ਹੈ। ਕਿਸੇ ਵਜ੍ਹਾ ਤੋਂ ਰਿਕਾਰਡਿੰਗ ਨਹੀਂ ਹੋ ਸਕੀ, ਮੈਂ ਇਹਦੇ ਵਿੱਚ ਅੱਧਾ ਕੱਪ ਦੁੱਧ ਦਾ ਪਾਇਆ। ਦੁੱਧ ਪਾ ਕੇ ਤੇ ਅਸੀਂ ਇਹਨੂੰ ਢੱਕਣ ਦੇ ਕੇ ਤੇ 10 ਤੋਂ 12 ਮਿੰਟ ਜਿਹੜਾ ਹੈ ਉਹ ਦਮ ਲਾ ਦਿਆਂਗੇ। ਹਲਕੀ ਬਿਲਕੁਲ ਅੱਗ ਤੇ ਉੱਤੇ ਇਹਨੂੰ ਸਟੀਮ ਹੋਣ ਦੇਣਾ ਹੈ। ਤਕਰੀਬਨ 10-12 ਮਿੰਟ ਹੋ ਗਏ। ਹੁਣ ਅਸੀਂ ਚੈੱਕ ਕਰਦੇ ਹਾਂ, ਸਾਡੇ ਕਰੇਲੇ ਜਿਹੜੇ ਆ ਉਹ ਬਿਲਕੁਲ ਤਿਆਰ ਹੋ ਗਏ ਆ। ਇਹਦੇ ਉੱਤੇ ਹੁਣ ਅਸੀਂ ਹਰਾ ਧਨੀਆ ਸ਼ਾਮਿਲ ਕਰਾਂਗੇ। ਦਾਲ ਭਰੇ ਕਰੇਲੇ ਬਿਲਕੁਲ ਤਿਆਰ। ਬਹੁਤ ਅੱਛੀ ਰੈਸਪੀ ਹੈ। ਕਰੇਲੇ ਤੁਸੀਂ ਇਸ ਤੋਂ ਪਹਿਲੇ ਵੀ ਖਾਂਦੇ ਰਹਿੰਦੇ ਹੋਵੋਗੇ, ਲੇਕਿਨ ਤੁਸੀਂ ਇਹ ਰੈਸਪੀ ਟਰਾਈ ਕਰੋ ਤੇ ਇਨਸ਼ਾਅੱਲਾ ਜ਼ਰੂਰ ਤੁਹਾਨੂੰ ਪਸੰਦ ਆਏਗੀ। ਥੋੜੀ ਜਿਹੀ ਕੋਸ਼ਿਸ਼ ਹੈਗੀ ਹੈ, ਥੋੜੀ ਜਿਹੀ ਰੈਸਪੀ ਲੰਬੀ ਵੀ ਹੈ, ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ, ਲੇਕਿਨ ਉਨਾ ਹੀ ਇਹ ਜ਼ਿਆਦਾ ਮਜ਼ੇਦਾਰ ਬਣਦੀ ਹੈ।